ਦਾਰਾ ਸਿਉ ਪ੍ਰੀਤ ਲਗਾਈ। ਇਕੀ ਉਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹਿਲਾ ਤੀਜਾ, ਸਾਚਰ ਤੇ ਸੇ ਟੋਲ ਲਹੋ। ਸੇ ਵਿਰਲੇ ਸੰਸਾਰ, ਤਿਨ ਮਿਲਿਆ ਮੁਖ ਉਜਲਾ। ਜਪ ਨਾਮ ਮੁਰਾਰ, ਬਾਬਾ ਸਾਚਾ ਸਾਹਿਬ ਹਿਰਦੈ ਸਮਾਲ। ਸਤਿਗੁਰ ਆਪਣਾ ਪੁੱਛ ਦੇਖ, ਲੇਹੋ ਵਖਰ ਭਾਲ ਰਹਾਉ। ਇਕ ਸੱਚਾ ਸਭ ਸੀਮਦੀ, ਤੁਰ ਭਾਗ ਮਿਲਾਵਾ ਹੋਏ। ਗੁਰਮੁਖ ਮਿਲੇ ਸੇ ਨਾ ਵਿਛੁੜੈ, ਪਾਵੈ ਸਚ ਸੋਏ। ਇਕ ਭਗਤੀ ਸਾਰ ਨ ਜਾਣਨੀ, ਮਨ ਮੁਖ ਪਰਮ ਭੁਲਾਏ। ਉਹਨਾਂ ਵਿੱਚ ਆਪ ਵਰਤਦਾ, ਕਰਨਾ ਕਿਛੂ ਨਾ ਜਾਏ। ਜਿਸ ਨਾਲ ਜੋਰ ਨਾ ਚਲਈ, ਖਲੇ ਕੀਚੈ ਅਰਦਾਸ। ਨਾਨਕ ਗੁਰਮੁਖ ਨਾਮ ਮਨ ਵਸੈ, ਤਾਂ ਸੁਣ ਕਰੇ ਸ਼ਾਬਾਸ। ਜਿਸ ਨਾਲ ਜੋਰ ਨਾ ਚੱਲਈ, ਖਲੇ ਕੀਚੈ ਅਰਦਾਸ। ਨਾਨਕ ਗੁਰਮੁਖ ਨਾਮ ਮਨ ਵਸੈ, ਤਾਂ ਸੁਣ ਕਰੇ ਸ਼ਾਬਾਸ। ਜੁਗੁ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਬਿਰਾਜਮਾਨ ਜੁੜ ਬੈਠੇ ਗੁਰਮੁਖ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ, ਵੱਡ ਭਾਗੀ ਹੋ ਸਾਹਿਬਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕਰਕੇ ਅੰਮ੍ਰਿਤਮਈ ਪਾਵਨ ਬਾਣੀ ਆਸਾ ਕੀ ਵਾਰ ਦਾ ਕੀਰਤਨ ਸ਼ਰਵਣ ਕਰ ਰਹੇ ਸੀ ਤੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਵਿਚਾਰ ਵਿੱਚੋਂ ਆਪ ਜੀ ਨੇ ਮਾਰੂ ਰਾਗ ਦੇ ਵਿੱਚ ਉਚਾਰਨ ਕੀਤੀ ਹੋਈ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਦੇ
ਪੰਜਵੇਂ ਨੰਬਰ ਸ਼ਬਦ ਦੇ ਪਾਠ ਨੂੰ ਸ਼ਰਵਣ ਕੀਤਾ ਹੈ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 994 ਅੰਕ ਉੱਪਰ ਸੁਭਾਇਮਾਨ ਹੈ। ਆਓ ਗੁਰੂ ਕਿਰਪਾ ਰਹਿਮਤ ਸਦਕਾ ਤਿਸ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਲਵਾਈਏ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਹਾਉ ਦੇ ਪਾਵਨ ਪਵਿੱਤਰ ਬੰਦ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਣਾ ਕਰਦੇ ਨੇ। ਬਾਬਾ ਸਾਚਾ ਸਾਹਿਬ ਹਿਰਦੈ ਸੰਭਾਲ। ਬਾਬਾ ਦਾ ਅਰਥ ਹੈ ਭਾਈ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਨੂੰ ਯਾਦ ਕਰ। ਸੰਭਾਲ ਸ਼ਬਦ ਆਇਆ ਹੈ। ਸੰਭਾਲ ਦਾ ਅਰਥ ਹੈ ਉਹਨੂੰ ਚੇਤੇ ਕਰ, ਉਹਨੂੰ ਯਾਦ ਰੱਖ, ਉਹਨੂੰ ਯਾਦ ਕਰ। ਸੰਭਾਲ ਸ਼ਬਦ ਤੇ ਯਾਦ ਸ਼ਬਦ ਦੋਵੇਂ ਆਪਸ ਵਿੱਚ ਬੜੇ ਸਾਂਝੇ ਸ਼ਬਦ ਨੇ। ਜਿਨੇ ਗੁਰੂ ਦਾ ਬਚਨ ਹਿਰਦੇ ਵਿੱਚ ਸਾਂਭ ਲਿਆ, ਯਾਦ ਵੀ ਉਹਨੂੰ ਹੀ ਪ੍ਰਭੂ ਰਹੇਗਾ। ਸ਼ਬਦ ਨੂੰ ਸੁਣਿਆ, ਹਿਰਦੇ ਵਿੱਚ ਸਾਂਭ ਲਿਆ, ਟਿਕਾ ਲਿਆ, ਤੇ ਯਾਦ ਵੀ ਉਸੇ ਦੀ ਜੁੜੀ ਰਹੇਗੀ ਉਸ ਸ਼ਬਦ ਦੇ ਰਾਹੀਂ ਜਿਨੇ ਸੰਭਾਲਿਆ ਹੈ। ਜਿਨੇ ਨਹੀਂ ਸੰਭਾਲਿਆ, ਇਸ ਕੰਨ ਵਿੱਚੋਂ ਸੁਣਿਆ, ਇਸ ਕੰਨ ਵਿੱਚੋਂ ਬਾਹਰ ਨਿਕਲ ਗਿਆ, ਹਿਰਦੇ ਵਿੱਚ ਨਾ ਟਿਕਾ ਸਕਿਆ, ਨਾ ਸੰਭਾਲ ਸਕਿਆ, ਉਹ ਯਾਦ ਨਾਲ ਵੀ ਜੁੜ ਕੇ ਨਹੀਂ ਰਹਿ ਸਕੇਗਾ। ਜਿਵੇਂ ਆ ਸ਼ਬਦ ਕਈ ਵਾਰੀ ਆਪਾਂ ਪੜ੍ਹਦੇ ਹਾਂ, ਸੁਣਦੇ ਹਾਂ। ਸੁਖਮਨੀ ਸਾਹਿਬ ਜੀ ਦੀ ਬਾਣੀ ਇੱਕ ਬੰਦਾ ਰੋਜ਼ਾਨਾ ਕਰ ਰਿਹਾ ਹੈ। ਇਹ ਸ਼ਬਦ ਰੋਜ਼ਾਨਾ ਆਪਣੀ ਰਸਨਾ ਨਾਲ ਉਹ ਗਾਉਂਦਾ ਹੈ। ਪਰ ਤ੍ਰਿਏ ਰੂਪ ਨ ਪੇਖੈ ਨੇਤਰ, ਪਰ ਪਰਾਈ ਇਸਤਰੀ ਦੀ ਝਾਕ ਵੀ ਰੱਖਦਾ ਹੈ। ਪਰਾਏ ਤਨ ਨੂੰ ਤੱਕਦਾ ਵੀ ਹੈ। ਕਰਨ ਨਾ ਸੁਨੇ ਕਾਹੂ ਕੀ ਨਿੰਦਾ। ਇਹ ਸ਼ਬਦ ਰੋਜ਼ਾਨਾ ਦੁਹਰਾਉਂਦਾ ਹੈ, ਪੜ੍ਹਦਾ ਹੈ, ਪਰ ਕੰਨਾਂ ਨੂੰ ਵਾਦੀ ਹੈ ਨਿੰਦਿਆ ਸੁਣਨ ਦੀ। ਇਹ ਰੋਜ਼ਾਨਾ ਦੁਹਰਾਉਂਦਾ ਹੈ। ਮਾਨੁ ਕੀ ਟੇਕ ਬਿਰਤੀ ਸਭ ਜਾਨ ਦੇਵਨ ਕਉ, ਏਕੈ ਭਗਵਾਨ। ਪਰ ਰੱਬ ਜੀ ਦਾ ਦਾਮਨ ਆਸਰਾ ਛੱਡ ਕੇ, ਪੂਰੇ ਗੁਰੂ ਦਾ ਦਾਮਨ ਆਸਰਾ ਛੱਡ ਕੇ, ਹੋਰਨਾਂ ਨੂੰ ਦਾਤੇ ਮੰਨ ਕੇ, ਸੁੱਖਾਂ ਦੀ ਖਵਾਇਸ਼ ਹੋਰਨਾਂ ਪਾਸੋਂ ਰੱਖ ਕੇ ਭਟਕਦਾ ਵੀ ਫਿਰਦਾ। ਤੇ ਕੀ ਅੰਦਾਜ਼ਾ ਲਗਾਵਾਂਗੇ ਆਪਾਂ ਵੀ ਇਹ ਬਚਨ ਦੁਹਰਾਏ ਜ਼ਰੂਰ ਗਏ ਉਹਦੀ ਰਸਨਾ ਦੇ ਦੁਆਰਾ, ਜਾਂ ਸੁਣੇ ਜ਼ਰੂਰ ਗਏ, ਪਰ ਇਹ ਬਚਨ ਹਿਰਦੇ ਦਾ, ਸੁਰਤ ਦਾ, ਭਾਂਡੇ ਦਾ ਹਿੱਸਾ ਨਹੀਂ ਬਣੇ। ਸੁਰਤ ਵਿੱਚ ਇਹ ਬਚਨ ਕਿਤੇ ਟਿਕ ਜਾਂਦੇ, ਸੰਭਾਲੇ ਜਾਂਦੇ, ਤੇ ਜਦੋਂ ਵੀ ਉਹਦੇ ਸਾਹਮਣੇ ਕੋਈ ਜੋਬਨ ਆਉਂਦਾ, ਕੋਈ ਰੂਪ ਆਉਂਦਾ, ਤੇ ਝਟ ਉਹਨਾਂ ਬਚਨਾਂ ਨੇ ਇਹਨੂੰ ਸਾਵਧਾਨ ਤੇ ਸੁਚੇਤ ਕਰ ਦੇਣਾ ਸੀ। ਕਿਉਂਕਿ ਸੁਰਤ ਵਿੱਚ ਨਹੀਂ, ਯਾਦਾਂ ਵਿੱਚ ਨਹੀਂ ਉਹ ਬਚਨ ਵੀ ਮੇਰਾ ਗੁਰੂ ਤੇ ਇਹ ਕਹਿ ਰਿਹਾ, ਪਾਰ ਤਰਿਆ ਰੂਪ ਨਾ ਪੇਖੈ ਨੇਤਰ। ਸੰਭਾਲੇ ਹੋਏ ਬਚਨ ਸਨ, ਸੰਭਾਲਿਆ ਹੋਇਆ ਉਪਦੇਸ਼ ਸੀ। ਤੇ ਉਸ ਦੇ ਸਾਹਮਣੇ ਜਦੋਂ ਰੂਪ ਆਇਆ, ਜੋਬਨ ਆਇਆ, ਤੇ ਉਹਦੀਆਂ ਅੱਖਾਂ ਨੇ ਉਹਨੂੰ ਮਾੜੇ ਤਰੀਕੇ ਦੇ ਨਾਲ, ਮਾੜੇ ਢੰਗ ਦੇ ਨਾਲ, ਜਾਂ ਵਾਸ਼ਨਾ ਰੂਪ ਹੋ ਕੇ ਨਹੀਂ ਤੱਕਿਆ। ਕਿਉਂਕਿ ਗੁਰੂ ਦਾ ਉਪਦੇਸ਼ ਸੀ, ਰੋਜ਼ ਪੜ੍ਹਦਾ ਸੀ, ਸੰਭਾਲਿਆ ਹੋਇਆ ਸੀ ਅੰਦਰ। ਤੇ ਜਦੋਂ ਰੂਪ ਆਇਆ, ਉਪਦੇਸ਼ ਉਸੇ ਵਕਤ ਯਾਦਾਂ ਵਿੱਚ, ਫੁਰਨਿਆਂ ਵਿੱਚ ਆ ਕੇ ਸੁਚੇਤ ਕਰ ਗਿਆ।
ਇਸੇ ਤਰ੍ਹਾਂ ਜਦੋਂ ਕੋਈ ਵਿਪਤਾ ਆਉਂਦੀ ਹੈ, ਦੁੱਖ ਦੀ ਘੜੀ ਆਉਂਦੀ ਹੈ, ਜਦੋਂ ਕਿਸੇ ਸੁੱਖ ਦੀ ਆਸ ਹੁੰਦੀ ਹੈ ਵੀ ਆਹ ਚੀਜ਼ ਸੁਖਾਲੀ ਮੈਨੂੰ ਮਿਲ ਜਾਏ ਜਾਂ ਆਹ ਸੁੱਖ ਮਿਲ ਜਾਏ, ਤੇ ਉਦੋਂ ਇਹ ਬਚਨ ਰੋਜ਼ਾਨਾ ਦੁਹਰਾਏ ਹੋਏ, ਰੋਜ਼ਾਨਾ ਪੜ੍ਹੇ ਹੋਏ ਬਚਨ ਜੇ ਸੁਰਤ ਦਾ ਹਿੱਸਾ ਬਣ ਚੁੱਕੇ ਨੇ, ਜੇ ਮਨ ਇਹਨਾਂ ਵਿੱਚ ਰਚ ਮਿਚ ਚੁੱਕਿਆ ਹੈ ਜਾਂ ਮਨ ਵਿੱਚ ਸੁਰਤ ਵਿੱਚ ਇਹ ਬਚਨ ਰਚ ਮਿਚ ਚੁੱਕੇ ਨੇ, ਮਾਨੁ ਕੀ ਟੇਕ ਬਿਰਤੀ ਸਭ ਜਾਨ, ਉਹ ਬੰਦਾ ਕਿਸੇ ਮਨੁੱਖ ਦੀ ਟੇਕ ਨਹੀਂ ਲਏਗਾ, ਉਹ ਕਿਸੇ ਦੂਜੇ ਦੇ ਦਰ ਤੇ ਨਹੀਂ ਭਟਕੇਗਾ। ਆ ਬਾਬਾ ਫਰੀਦ ਸਾਹਿਬ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ ਨਾ, ਫਰੀਦਾ ਬਾਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖ ਸੀ ਜੀਓ ਸ਼ਰੀਰੋ ਲੈ, ਵੀ ਹੇ ਮੇਰੇ ਸਾਈਂ, ਹੇ ਮੇਰੇ ਮੌਲਾ, ਹੇ ਮੇਰੇ ਖੁਦਾ, ਮੈਨੂੰ ਪਰਾਏ ਦਰ ਤੇ ਨਾ ਜਾਣ ਦਈ। ਇਹ ਕੇਵਲ ਕਹਿ ਹੀ ਨਹੀਂ, ਕੇਵਲ ਸ਼ਾਬਦਿਕ ਰੂਪ ਦੇ ਵਿੱਚ ਇਹ ਉਚਾਰਨ ਨਹੀਂ ਕੀਤੇ ਉਹਨਾਂ ਨੇ, ਪੂਰੀ ਜ਼ਿੰਦਗੀ ਮੌਲਾ ਦੇ ਦਰ ਤੇ, ਖੁਦਾ ਦੇ ਦਰ ਤੇ ਰਹਿ ਕੇ ਗੁਜ਼ਾਰੀ ਹੈ, ਕਿਸੇ ਦੂਜੇ ਦੇ ਦਰ ਤੇ ਗਏ ਵੀ ਨਹੀਂ। ਮਤਾ ਸਮਝੋ ਕਿ ਬਾਬਾ ਫਰੀਦ ਜੀ ਜਿਵੇਂ ਅਸੀਂ ਪੜ੍ਹੀ ਜਾਂਦੇ ਆ, ਇਵੇਂ ਪੜ੍ਹ ਕੇ ਦਰ ਦਰ ਤੇ ਵੀ ਭਟਕਦੇ ਹੋਣਗੇ? ਨਾ ਨਾ, ਬਿਲਕੁਲ ਨਹੀਂ। ਇਹ ਹਿਰਦੇ ਵਿੱਚੋਂ ਇਹ ਬਚਨ, ਇਹ ਫਰਿਆਦ, ਇਹ ਬੇਨਤੀ ਵੀ ਮੈਂ ਨਹੀਂ ਜਾਣਾ ਚਾਹੁੰਦਾ, ਇਹ ਨਿਕਲੇ ਨੇ। ਲਾਜ਼ਮੀ ਗੱਲ ਹੈ ਕਿ ਇਹਨਾਂ ਬਚਨਾਂ ਨੂੰ ਸੁਰਤ ਦਾ ਹਿੱਸਾ ਬਣਾਉਣ ਵਾਲਾ, ਵਸਾਉਣ ਵਾਲਾ ਸਿੱਖ ਹੋਵੇ, ਮੁਸਲਮਾਨ ਵੀਰ ਹੋਵੇ, ਕੋਈ ਵੀ ਹੋਵੇ, ਜਿਹਨੇ ਇਹਨਾਂ ਬਚਨਾਂ ਨੂੰ ਹਿਰਦੇ ਵਿੱਚ ਸੰਭਾਲ ਲਿਆ, ਟਿਕਾ ਲਿਆ, ਉਹ ਦੂਜੇ ਦੇ ਦਰ ਤੇ ਜਾਏਗਾ ਹੀ ਨਹੀਂ, ਕਿਉਂਕਿ ਸੰਭਾਲੇ ਹੋਏ ਬਚਨ ਸਨ, ਸੁਰਤ ਦਾ ਹਿੱਸਾ ਬਣੇ ਹੋਏ ਬਚਨ ਸਨ, ਉਹ ਜਾਏਗਾ ਹੀ ਨਹੀਂ ਦੂਜੇ ਦੇ ਦਰ ਤੇ। ਬਾਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖ ਸੀ ਜੀਓ ਸ਼ਰੀਰੋ ਲੈ। ਇਤਿਹਾਸ ਵਿੱਚੋਂ ਛੋਟੀ ਜਿਹੀ ਗਾਥਾ ਕਹਿ ਦਿਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹਰਮਨ ਪਿਆਰਾ ਸਿੱਖ ਹੋਇਆ ਭਾਈ ਰੋਸ਼ਨ ਸਿੰਘ ਜੀ। ਬਹਾਦਰ ਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਨੰਦੇੜ ਦੀ ਧਰਤੀ ਤੱਕ ਗਿਆ ਹੈ। ਚੰਗੇ ਸੰਬੰਧ ਗੁਰੂ ਮਹਾਰਾਜ ਜੀ ਨਾਲ ਬਣੇ ਨੇ। ਸਤਿਗੁਰੂ ਜੀ ਨੇ ਰਾਜ ਭਾਗ ਦਿਵਾਉਣ ਵਿੱਚ ਉਹਦੀ ਮਦਦ ਵੀ ਕੀਤੀ। ਜੰਗ ਦੇ ਵਿੱਚ ਵਿਰੋਧੀਆਂ ਨਾਲ ਜਦੋਂ ਜੰਗ ਹੋਈ, ਸਿੱਖਾਂ ਨੂੰ ਵੀ ਨਾਲ ਭੇਜਿਆ। ਸੰਧੀਆਂ ਵੀ ਉਸਨੇ ਕੀਤੀਆਂ ਸਨ ਵੀ ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਨੇ ਸਿੱਖਾਂ ਉੱਤੇ ਜ਼ੁਲਮ ਕੀਤੇ, ਤੁਹਾਡੇ ਉੱਤੇ ਜ਼ੁਲਮ ਕੀਤੇ, ਪਰਿਵਾਰ ਦੇ ਉੱਤੇ ਜ਼ੁਲਮ ਕੀਤੇ, ਉਹਨਾਂ ਪਾਪੀਆਂ ਨੂੰ ਸਜ਼ਾ ਦਿੱਤੀ ਜਾਏਗੀ। ਇਹ ਗੱਲ ਵੱਖਰੀ ਹੈ ਵੀ ਬਾਅਦ ਵਿੱਚ ਉਹ ਇਹਨਾਂ ਸ਼ਰਤਾਂ ਉੱਤੇ ਕਾਇਮ ਨਹੀਂ ਰਿਹਾ। ਸਜ਼ਾਵਾਂ ਸਿੱਖਾਂ ਨਹੀਂ ਦਿੱਤੀਆਂ ਸਨ, ਵਜ਼ੀਰ ਖਾਂ ਵਰਗਿਆਂ ਨੂੰ ਜਾਂ ਹੋਰਨਾਂ ਨੂੰ। ਇੱਕ ਇਲਾਕੇ ਵਿੱਚ ਵਿਚਰਦੇ ਪਏ ਨੇ ਤੇ ਉਸ ਇਲਾਕੇ ਦੇ ਵਿੱਚ ਇੱਕ ਸ਼ੇਰ ਹੈ ਤੇ ਉਹ ਸ਼ੇਰ ਰੋਜ਼ ਇੱਕ ਦੋ ਮਨੁੱਖਾਂ ਨੂੰ ਮਾਰ ਕੇ ਚਲਿਆ ਜਾਂਦਾ ਹੈ। ਹੁਣ ਦੇਸ਼ ਦਾ ਬਾਦਸ਼ਾਹ ਹੈ, ਉਸ ਸ਼ੇਰ ਤੋਂ ਨਿਜਾਤ ਪਾਉਣ ਦੇ ਵਾਸਤੇ ਲੋਕ ਫਰਿਆਦੀ ਬਣ ਕੇ ਬਹਾਦਰ ਸ਼ਾਹ ਦੇ ਕੋਲ ਆਉਣ ਲੱਗੇ ਵੀ ਬਾਦਸ਼ਾਹ, ਇਹ ਖੂੰਖਾਰ ਸ਼ੇਰ ਰੋਜ਼ ਹੀ ਇੱਕ ਦੋ ਮਨੁੱਖਾਂ ਨੂੰ ਮਾਰ ਕੇ ਚਲਿਆ ਜਾਂਦਾ ਹੈ। ਮਨੁੱਖ ਦਾ ਲਹੂ ਇਹਦੇ ਮੂੰਹ ਨੂੰ ਲੱਗ ਚੁੱਕਿਆ ਹੈ, ਪਤਾ ਨਹੀਂ ਕਿਤਨਿਆਂ ਦਾ ਨੁਕਸਾਨ ਕਰੇਗਾ। ਫੌਜਾਂ ਦੇ ਮਾਲਕ ਹੋ, ਆਪਣੇ 94 ਸ਼ੂਰਵੀਰ ਸੈਨਿਕ ਭੇਜੋ ਤੇ ਇਸ ਨੂੰ ਮੌਤ ਦੇ ਘਾਟ ਉਤਾਰੋ। ਬਹਾਦਰ ਸ਼ਾਹ ਦੇ ਕੋਲ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੈਠੇ ਹੋਏ ਸਨ, ਕੋਲ ਹੀ ਕਾਜ਼ੀ ਮੁੱਲਾ ਬੈਠੇ ਹੋਏ ਸਨ।
ਤੇ ਕਾਜੀ ਨੇ ਉੱਥੇ ਕਹਿ ਦਿੱਤਾ, ਬਹਾਦਰ ਸ਼ਾਹ ਜੀ, ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਾਬਤ ਸੁਣਿਆ ਜਾਂਦਾ ਹੈ ਕਿ ਸ਼ੇਰਾਂ ਦਾ ਸ਼ਿਕਾਰ ਕਰਦੇ ਨੇ, ਆਪਾਂ ਇਹਨਾਂ ਨੂੰ ਕਿਉਂ ਨਾ ਭੇਜ ਕੇ ਵੇਖੀਏ, ਨਾਲੇ ਇਹਨਾਂ ਦੀ ਬਹਾਦਰੀ ਦਾ ਪਤਾ ਲੱਗ ਜਾਏਗਾ। ਬਹਾਦਰ ਸ਼ਾਹ ਨੇ ਆਪਣੇ ਸੈਨਿਕ ਭੇਜੇ ਵੀ ਸਨ ਉਸ ਸ਼ੇਰ ਦਾ ਮੁਕਾਬਲਾ ਕਰਨ ਵਾਸਤੇ, ਨੁਕਸਾਨ ਕਰਾ ਕੇ ਵਾਪਸ ਆ ਗਏ। ਕਿਉਂ ਨਾ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬੇਨਤੀ ਕਰੀਏ, ਆਪਣੇ ਸਨਮੁਖ ਬੈਠੇ ਨੇ, ਯੁੱਧ ਕਰਨ ਦੇ ਬੜੇ ਮਾਹਿਰ ਨੇ, ਤਲਵਾਰਬਾਜੀ, ਨੇਜਾਬਾਜੀ, ਸਿੱਖ ਬੜੀਆਂ ਖੂਬੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ, ਉਹਨਾਂ ਨੂੰ ਯੋਧਾ ਜਾਣ ਕੇ, ਸੰਤ ਸਿਪਾਹੀ ਜਰਨੈਲ ਜਾਣ ਕੇ ਦੱਸਦੇ ਨੇ। ਤੇ ਆਪਾਂ ਵੀ ਇਹ ਖੂਬੀ ਉਹਨਾਂ ਦੀ ਵੀ ਸ਼ੇਰ ਦਾ ਸ਼ਿਕਾਰ ਉਹ ਕਰ ਸਕਦੇ ਨੇ, ਅੱਖਾਂ ਨਾਲ ਵੇਖੀਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬਹਾਦਰ ਸ਼ਾਹ ਨੇ ਬੇਨਤੀ ਕੀਤੀ ਵੀ ਸੱਚੇ ਪਾਤਸ਼ਾਹ ਜੀ, ਮੈਂ ਤੇ ਆਪਣੇ ਸੈਨਿਕ ਭੇਜ ਚੁੱਕਿਆ ਵਾਂ ਤੇ ਨੁਕਸਾਨ ਕਰਾ ਕੇ ਮੇਰੇ ਸੈਨਿਕ ਵਾਪਸ ਆਏ ਨੇ, ਤੁਸੀਂ ਕਿਉਂ ਨਾ ਸ਼ੇਰ ਦਾ ਸ਼ਿਕਾਰ ਕਰਕੇ ਲੋਕਾਂ ਨੂੰ ਬਚਾਓ, ਜਾਨ ਮਾਲ ਦਾ ਨੁਕਸਾਨ ਹੋਣੋਂ ਬਚੇ। ਗੁਰੂ ਪਾਤਸ਼ਾਹ ਜੀ ਅਜੇ ਕੁਝ ਬੋਲੇ ਨਾ, ਗੁਰੂ ਕਾ ਸਿੱਖ ਭਾਈ ਰੋਸ਼ਨ ਸਿੰਘ ਉੱਠ ਗਿਆ, ਨਾਲ ਹੀ ਸੀ ਉਹ ਵੀ, ਉੱਠ ਖਲੋਤਾ ਉਸ ਦਰਬਾਰ ਵਿੱਚੋਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਹੱਥ ਜੋੜ ਕੇ ਕਹਿੰਦਾ, ਸੱਚੇ ਪਾਤਸ਼ਾਹ ਜੀਓ, ਆਪ ਜੀ ਦੀ ਬਹਾਦਰੀ, ਆਪ ਜੀ ਦੀ ਸ਼ੂਰਮਤਾਈ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ, ਤੇ ਉਹਦੀ ਨਾਪ ਤੋਲ ਕੋਈ ਨਹੀਂ ਕਰ ਸਕਦਾ, ਉਹਦਾ ਪਾਰਾਵਾਰ ਕੋਈ ਨਹੀਂ ਪਾ ਸਕਦਾ। ਪਰ ਇੱਕ ਤੁਹਾਡੇ ਚਰਨਾਂ ਦੇ ਵਿੱਚੋਂ ਅਸੀਸ ਲੈ ਕੇ, ਤੁਹਾਡੇ ਚਰਨਾਂ ਨਾਲ ਜੁੜਿਆ ਹੋਇਆ ਸਿੱਖ ਕਿੰਨੀਆਂ ਕੁ ਬਰਕਤਾਂ ਦਾ ਮਾਲਕ ਹੈ, ਇਹ ਦੱਸਣਾ ਚਾਹੁੰਦੇ ਆ ਵੀ ਤੂੰ ਗੁਰੂ ਦੀ ਬਹਾਦਰੀ ਪਰਖਦਾ ਪਿਆ ਹੈ, ਗੁਰੂ ਦੀ ਸੂਰਮਤਾਈ ਪਰਖਦਾ ਹੈ। ਆ ਜਿਸ ਗੁਰੂ ਤੋਂ ਅਸੀਸ ਲੈ ਕੇ ਸਿੱਖ ਜੰਗ ਦੇ ਮੈਦਾਨ ਵਿੱਚ ਜਾਂਦਾ ਹੈ, ਉਹਦੀ ਬਹਾਦਰੀ ਕਿਹੋ ਜੀ ਹੈ, ਉਹਦੀ ਸੂਰਮਤਾਈ ਕਿਹੋ ਜੀ ਹੈ, ਇਹਨੂੰ ਇਹ ਦੱਸਿਆ ਜਾਏ। ਤੁਸੀਂ ਕਿਰਪਾ ਕਰੋ, ਮੈਨੂੰ ਆਗਿਆ ਦਿਓ, ਮੈਂ ਕੱਲਾ ਸ਼ੇਰ ਦਾ ਸ਼ਿਕਾਰ ਕਰਾਂਗਾ। ਸਤਿਗੁਰੂ ਜੀ ਕਹਿੰਦੇ, ਸਤ ਬਚਨ ਪਈ, ਰੋਸ਼ਨ ਸਿੰਘ ਜੀ ਤੁਸੀਂ ਸ਼ੇਰ ਦਾ ਸ਼ਿਕਾਰ ਕਰੋਗੇ, ਠੀਕ ਹੈ। ਆ ਕਿਰਪਾਨ, ਆ ਖੜਗ, ਫਿਰ ਲਓ ਸਾਡੇ ਹੱਥਾਂ ਦੇ ਵਿੱਚੋਂ। ਕਹਿਣ ਲੱਗੇ, ਤੁਹਾਡੀ ਵਾਲੀ ਖੜਗ ਤੁਹਾਡੇ ਹੱਥਾਂ ਵਿੱਚੋਂ ਨਹੀਂ ਲੈਣੀ, ਅਸੀਸ ਲੈਣੀ ਹੈ ਬਸ। ਕਹਿੰਦੇ ਇਹਨਾਂ ਦੇ ਦਿਮਾਗ ਵਿੱਚ, ਇਹਨਾਂ ਦੇ ਮਨ ਵਿੱਚ ਫਿਰ ਇਹ ਭਰਮ ਆ ਜਾਣਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਤਲਵਾਰ, ਕਿਰਪਾਨ, ਖੜਗ ਇਹ ਕੋਈ ਕਰਾਮਾਤੀ ਹੋਵੇਗੀ। ਤਾਂ ਸਿੱਖ ਨੇ ਇਸ ਕਰਾਮਾਤੀ ਕਿਰਪਾਨ ਦੇ ਨਾਲ, ਤਲਵਾਰ ਦੇ ਨਾਲ, ਖੜਗ ਦੇ ਨਾਲ ਸ਼ੇਰ ਦਾ ਸ਼ਿਕਾਰ ਕਰ ਲਿਆ। ਕੇਵਲ ਕੁੱਤਕੇ ਦੇ ਨਾਲ, ਡੰਡੇ ਦੇ ਨਾਲ ਮੈਂ ਸ਼ੇਰ ਦਾ ਸ਼ਿਕਾਰ ਕਰਾਂਗਾ। ਉਹ ਬਹਾਦਰ ਸ਼ਾਹ ਕਹਿੰਦਾ ਵੀ ਐਡਾ ਖੂੰਖਾਰ ਸ਼ੇਰ ਹੈ। ਕਾਜੀ ਵੀ ਆਂਦਾ ਵੀ ਸਾਡੇ ਸਿਪਾਹੀ ਇੰਨੇ ਸ਼ਸਤਰਾਂ ਨਾਲ ਲੈਸ ਹੋ ਕੇ ਗਏ, ਮੱਤ ਖਾ ਕੇ ਆ ਗਏ, ਨੁਕਸਾਨ ਕਰਾ ਕੇ ਆ ਗਏ, ਇੱਕ ਕੁੱਤਕੇ ਨਾਲ, ਇੱਕ ਡੰਡੇ ਨਾਲ ਤੂੰ ਸ਼ੇਰ ਦਾ ਸ਼ਿਕਾਰ ਕਿਵੇਂ ਕਰ ਲਏਗਾ? ਕਹਿਣ ਲੱਗੇ, ਮੇਰੇ ਗੁਰੂ ਦੀ ਬਰਕਤ ਤੂੰ ਅੱਜ ਵੇਖੀ, ਇਸ ਡੰਡੇ ਨਾਲ ਹੀ ਸ਼ੇਰ ਦਾ ਸ਼ਿਕਾਰ ਕਰਾਂਗੇ ਆਪਾਂ। ਮੈਨੂੰ ਆਪਣੇ ਗੁਰੂ ਤੇ ਭਰੋਸਾ ਹੈ, ਮੈਨੂੰ ਆਪਣੇ ਗੁਰੂ ਦੀ ਰਹਿਮਤ, ਉਹਦੀ ਅਸੀਸ ਤੇ ਭਰੋਸਾ ਹੈ। ਗੁਰੂ ਜੀ ਨੇ ਥਾਪੜਾ ਦਿੱਤਾ, ਗੁਰੂ ਜੀ ਨੇ ਅਸੀਸ ਦਿੱਤੀ। ਨਾਲ ਬਹਾਦਰ ਸ਼ਾਹ ਦੇ ਸਿਪਾਹੀ ਵੀ ਗਏ, ਪਰ ਇਹ ਸ਼ਰਤ ਰੱਖੀ ਸੀ, ਮੈਂ ਕੱਲਾ ਹੀ ਸ਼ਿਕਾਰ ਕਰਾਂਗਾ, ਭਾਵੇਂ ਇਹ ਸਾਥੀ, ਇਹ ਸੈਨਿਕ ਤੁਹਾਡੇ ਜਾ ਰਹੇ ਨੇ, ਸ਼ਿਕਾਰ ਮੈਂ ਕੱਲਾ ਹੀ ਕਰਾਂਗਾ। ਕਹਿਣ ਲੱਗੇ, ਜੀ ਠੀਕ ਹੈ। ਉਹ ਰਾਤ ਦਾ ਸਮਾਂ ਜਦੋਂ ਸ਼ੇਰ ਆ ਕੇ ਅਟੈਕ ਕਰਦਾ ਸੀ, ਆਇਆ
ਭਾਈ ਰੋਸ਼ਨ ਸਿੰਘ ਜੀ ਦਾ ਮੁਕਾਬਲਾ ਉਸ ਸ਼ੇਰ ਦੇ ਨਾਲ ਹੋਇਆ ਹੈ। ਉਸ ਸ਼ੇਰ ਦੇ ਸਿਰ ਦੇ ਵਿੱਚ ਜ਼ੋਰ ਨਾਲ ਡੰਡੇ ਦਾ ਪ੍ਰਹਾਰ ਕੀਤਾ। ਸ਼ੇਰ ਨੂੰ ਮੌਤ ਦੇ ਘਾਟ ਉਤਾਰ ਕੇ ਸ਼ੇਰ ਨੂੰ ਬਾਦਸ਼ਾਹ ਦੇ ਸਨਮੁਖ ਲਿਆ ਕਰਕੇ ਮ੍ਰਿਤਕ ਦੀ ਡੈਡ ਬੋਡੀ ਜਿਹੜੀ ਰੱਖੀ ਗਈ ਤੇ ਬਹਾਦਰ ਸ਼ਾਹ ਬੜਾ ਖੁਸ਼ ਹੋਇਆ ਵੀ ਜਿਹੜਾ ਸ਼ੇਰ ਸਾਡਿਆਂ ਸੈਨਿਕਾਂ ਦੇ ਕੋਲੋਂ ਨਹੀਂ ਮਾਰਿਆ ਗਿਆ, ਉਹ ਇੱਕ ਸਿੱਖ ਨੇ ਕੇਵਲ ਕੁੱਤਕੇ ਦੇ ਨਾਲ ਮਾਰ ਦਿੱਤਾ ਤੇ ਆਪਣੇ ਗੁਰੂ ਦੀ ਬਖਸ਼ਿਸ਼, ਆਪਣੇ ਗੁਰੂ ਦੀ ਅਸੀਸ ਦੀ ਬਰਕਤ ਦੇ ਨਾਲ ਬੜਾ ਖੁਸ਼ ਹੋਇਆ। ਭਰੀ ਸਭਾ ਦੇ ਵਿੱਚ ਰੋਸ਼ਨ ਸਿੰਘ ਜੀ ਨੂੰ ਆਪਣੇ ਕੋਲ ਬੁਲਾਉਂਦਾ ਹੈ ਬਾਦਸ਼ਾਹ। ਬਾਦਸ਼ਾਹ ਕਹਿੰਦਾ ਹੈ ਵੀ ਲੈ ਕਰ ਝੋਲੀ, ਤੇਰੀ ਝੋਲੀ ਵਿੱਚ ਕੁਝ ਨਾਮ ਪਾਵਾਂ, ਕੁਝ ਮੋਹਰਾ ਪਾਵਾਂ। ਤੂੰ ਬੜਾ ਬਹਾਦਰੀ ਵਾਲਾ ਕੰਮ ਕੀਤਾ ਹੈ, ਕਿਉਂਕਿ ਰਾਜਿਆਂ ਦੇ ਦਰਬਾਰ ਦੇ ਵਿੱਚ ਗੁਣਨਵਾਨ ਪੁਰਸ਼ਾਂ ਨੂੰ, ਕਲਾਵਾਨ ਪੁਰਸ਼ਾਂ ਨੂੰ ਸਮੇਂ-ਸਮੇਂ ਤੇ ਇਨਾਮ ਦਿੱਤੇ ਜਾਂਦੇ ਸਨ, ਜਾਂ ਬਹਾਦਰੀ ਦਾ ਕਾਰਨਾਮਾ ਕਰਨ ਵਾਲਿਆਂ ਯੋਧਿਆਂ ਨੂੰ ਵੀ ਸਨਮਾਨ ਦਿੱਤਾ ਜਾਂਦਾ ਸੀ। ਜਿਵੇਂ ਅੱਜ ਵੀ ਆਪਾਂ ਕਿਸੇ ਦੀ ਕਲਾ, ਕਿਸੇ ਦੇ ਗੁਣ, ਕਿਸੇ ਦੇ ਪਰਉਪਕਾਰ, ਕਿਸੇ ਦੀ ਸੇਵਾ ਭਾਵਨਾ ਨੂੰ ਸਾਡੇ ਇੱਥੇ ਵੀ ਸਾਡੇ ਪ੍ਰਬੰਧਕ ਜਨ ਬੜਾ ਉਦਮ ਉਪਰਾਲਾ ਕਰਦੇ ਆ। ਸਮੇਂ-ਸਮੇਂ ਤੇ ਬੱਚਿਆਂ ਨੂੰ, ਜਵਾਨਾਂ ਨੂੰ, ਬਜ਼ੁਰਗਾਂ ਨੂੰ, ਜਿਨ੍ਹਾਂ ਦਾ ਸਮਾਜ ਵਿੱਚ ਕੁਝ ਯੋਗਦਾਨ ਹੈ, ਜਾਂ ਬੱਚਾ ਕੋਈ ਪੜ੍ਹਾਈ ਵਿੱਚੋਂ ਪੜ੍ਹ ਕੇ ਅਵਲ ਆਇਆ, ਕੋਈ ਚੰਗੀ ਪੋਸਟ ਤੇ ਪਹੁੰਚਿਆ, ਇੱਥੇ ਇਨਾਮ ਦਿੱਤਾ ਜਾਂਦਾ ਹੈ। ਚੰਗੀ ਗੱਲ ਹੈ। ਮੈਂ ਤੇਰੀ ਝੋਲੀ ਵਿੱਚ ਕੁਝ ਇਨਾਮ ਪਾਉਣਾ ਚਾਹੁੰਦਾ ਵਾਂ, ਕਿਉਂਕਿ ਮੈਂ ਬਾਦਸ਼ਾਹ ਵਾਂ ਤੇ ਤੇਰਾ ਹੱਕ ਬਣਦਾ ਇਨਾਮ ਲੈਣਾ, ਤੇ ਮੇਰਾ ਹੱਕ ਬਣਦਾ, ਫਰਜ਼ ਬਣਦਾ ਇਨਾਮ ਤੇਰੀ ਬਹਾਦਰੀ ਦਾ ਦੇਣਾ। ਰੋਸ਼ਨ ਸਿੰਘ ਜੀ ਕਹਿੰਦੇ ਨੇ, ਬਹਾਦਰ ਸ਼ਾਹ ਮਾਫ ਕਰਿਆ ਜੇ, ਮੈਂ ਤੁਹਾਡੇ ਕੋਲੋਂ ਆਪਣੀ ਝੋਲੀ ਦੇ ਵਿੱਚ ਕੁਝ ਨਹੀਂ ਪਵਾ ਸਕਦਾ। ਕਹਿਣ ਲੱਗੇ ਕਿਉਂ? ਕਹਿਣ ਲੱਗੇ ਝੋਲੀ ਮੇਰੀ ਇੱਕੋ ਹੀ ਹੈ, ਤੇ ਉਹ ਝੋਲੀ ਮੈਂ ਜਦੋਂ ਦਾ ਆਪਣੇ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਦਰ ਤੇ ਆਇਆ ਵਾਂ, ਗੁਰੂ ਨਾਨਕ ਦੇ ਦਰ ਤੇ ਆਇਆ ਵਾਂ, ਉਹ ਝੋਲੀ ਮੈਂ ਆਪਣੇ ਗੁਰੂ ਨਾਨਕ ਦੇ, ਗੁਰੂ ਗੋਬਿੰਦ ਸਿੰਘ ਜੀ ਦੇ ਦਰ ਵਿੱਚ ਟਿਕਾ ਦਿੱਤੀ ਹੈ। ਜੋ ਕੁਝ ਉਸ ਝੋਲੀ ਵਿੱਚ ਪਏਗਾ ਜਾਂ ਪਾਏਗਾ, ਉਹ ਮੇਰਾ ਕਲਗੀਆਂ ਵਾਲਾ ਪਾਏਗਾ, ਦੂਸਰਾ ਤੀਸਰਾ ਨਹੀਂ ਪਾ ਸਕਦਾ। ਇਹ ਹੈ ਮਾਨੁਖ ਕੀ ਟੇਕ, ਬਿਰਤੀ ਸਭ ਜਾਨ ਦੇਵਨ ਕਉ, ਇੱਕ ਹੈ ਭਗਵਾਨ। ਇਹ ਹੈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇਹ ਸ਼ਬਦ ਕੇਵਲ ਪੜ੍ਹੇ ਹੀ ਨਹੀਂ ਸਨ ਸਿੱਖਾਂ ਨੇ, ਇਹਨੂੰ ਯਾਦਾਂ ਵਿੱਚ, ਸੁਰਤ ਵਿੱਚ ਟਿਕਾ ਕੇ ਕਰਨੀ ਕਿਰਦਾਰ ਵਿੱਚ ਵੀ ਬਦਲਿਆ ਸੀ। ਵਾਕਈ ਭਾਈ ਰੋਸ਼ਨ ਸਿੰਘ ਜੀ ਨੇ ਉਹ ਮੋਹਰਾਂ, ਉਹ ਸੋਨਾ, ਉਹ ਚਾਂਦੀ, ਉਹ ਦੌਲਤ ਆਪਣੀ ਝੋਲੀ ਉਹਦੇ ਅੱਗੇ ਕੀਤੀ ਹੋਈ ਨਹੀਂ। ਮੇਰੀ ਝੋਲੀ ਕੇਵਲ ਮੇਰੇ ਕਲਗੀਆਂ ਵਾਲੇ ਦੇ ਅੱਗੇ ਹੈ। ਇਹ 'ਚ ਮੇਰਾ ਕਲਗੀਆਂ ਵਾਲਾ ਜੋ ਪਾ ਦੇਗਾ ਉਹ ਮੈਨੂੰ ਮਨਜ਼ੂਰ। ਮੈਂ ਹੋਰ ਕਿਸੇ ਪਾਸੋਂ ਕੁਝ ਲੈਣਾ ਹੀ ਨਹੀਂ ਚਾਹੁੰਦਾ, ਕਿਸੇ ਨੂੰ ਦਾਤਾ ਮੰਨਦਾ ਹੀ ਨਹੀਂ ਮੈਂ। ਸੋ ਇਹ ਹੈ ਦ੍ਰਿੜਤਾ ਭਰਿਆ ਜੀਵਨ, ਇਹ ਸਿਦਕ ਭਰੋਸੇ ਵਾਲਾ ਜੀਵਨ। ਹੁਣ ਜਿਹੜਾ ਕੇਵਲ ਪੜ੍ਹੀ ਜਾਂਦਾ ਹੈ, ਸੰਭਾਲਦਾ ਨਹੀਂ ਇਹਨਾਂ ਬਚਨਾਂ ਨੂੰ, ਉਹਦੀਆਂ ਯਾਦਾਂ ਦਾ ਹਿੱਸਾ ਇਹ ਬਚਨ ਨਹੀਂ ਬਣਦੇ, ਫਿਰ ਉਹੋ ਜਿਹਾ ਜੀਵਨ ਵੀ ਨਹੀਂ ਬਣਦਾ। ਫਿਰ ਅੱਜ ਗੁਰੂ ਅਮਰਦਾਸ ਮਹਾਰਾਜ ਜੀ ਕਹਿ ਰਹੇ ਨੇ, ਬਾਬਾ ਸਾਚਾ ਸਾਹਿਬ ਹਿਰਦੇ ਸੰਭਾਲ। ਹੇ ਭਾਈ, ਸਦਾ ਥਿਰ ਰਹਿਣ ਵਾਲੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਆਪਣੇ ਹਿਰਦੇ ਵਿੱਚ ਸੰਭਾਲ, ਉਹਦੀ ਯਾਦ ਨਾਲ ਜੁੜ, ਕਿਉਂਕਿ ਉਹਦੀ ਯਾਦ ਨਾਲ ਜੁੜਿਆ ਸੁੱਖ ਹੈ। ਕੋਈ ਵੀ ਹਿਰਦਾ ਯਾਦ ਤੋਂ ਸਖਣਾ ਨਹੀਂ। ਮਨੁੱਖ ਦੇ ਅੰਦਰ ਯਾਦ ਹਮੇਸ਼ਾ ਚੱਲਦੀ ਹੈ। ਇਹ ਗੱਲ ਵੱਖਰੀ ਹੈ ਕਿ ਅੱਜ ਮਨੁੱਖ ਦੀ ਯਾਦ ਦਾ ਕੇਂਦਰ ਬਿੰਦੂ ਪਰਿਵਾਰ ਬਣਿਆ ਹੈ, ਧੀਆਂ ਪੁੱਤਰ ਬਣੇ ਨੇ, ਧਨ ਪਦਾਰਥ ਬਣੇ ਨੇ, ਦੌਲਤ ਬਣੀ ਹੈ। ਕਿਸੇ ਵਿਰਲੇ ਭਾਗਾਂ ਵਾਲੇ ਇਨਸਾਨ ਦੀ ਯਾਦ ਦਾ ਕੇਂਦਰ ਬਿੰਦੂ ਗੁਰੂ ਬਣ ਗਿਆ, ਪਰਮੇਸ਼ਰ ਬਣ ਗਿਆ, ਕੋਈ ਵਿਰਲਾ ਹੈ। ਨਹੀਂ ਤੇ ਮਨੁੱਖ ਦੀ ਯਾਦ ਦਾ ਕੇਂਦਰ ਬਿੰਦੂ ਉਹਦੇ ਬੱਚੇ ਨੇ, ਉਹਦੀ ਇਸਤਰੀ ਹੈ, ਉਹਦਾ ਪਰਿਵਾਰ ਹੈ, ਧਨ ਦੌਲਤ ਨੇ, ਪਦਾਰਥ ਨੇ।
ਸੰਸਾਰ ਦੀ ਯਾਦ ਨਾਲ ਤੇ ਇਨਸਾਨ ਜੁੜਿਆ ਏ, ਨਿਰੰਕਾਰ ਦੀ ਯਾਦ ਨਾਲ ਨਹੀਂ। ਪਰਿਵਾਰ ਦੀ ਯਾਦ ਤੇ ਹਿਰਦੇ ਅੰਦਰ ਮੌਜੂਦ ਹੈ, ਪਰ ਪਰਮਾਤਮਾ ਦੀ ਯਾਦ ਤੋਂ ਹਿਰਦਾ ਖਾਲੀ ਹੈ, ਸਖਣਾ ਹੈ। ਪੁੱਤਰ ਦੀ ਆਪਣੇ ਆਪ ਹੀ ਯਾਦ ਆਉਂਦੀ ਹੈ, ਧੀ ਦੀਆਂ ਯਾਦਾਂ ਆਪਣੇ ਆਪ ਹੀ ਅੰਦਰ ਚੱਲ ਰਹੀਆਂ ਨੇ, ਪਤੀ ਦੀ ਯਾਦ ਆਪਣੇ ਆਪ ਹੀ ਅੰਦਰ ਕਾਇਮ ਹੈ। ਮਾਇਆ ਧਨ ਪਦਾਰਥ ਇਹ ਤੇ ਹਰ ਇੱਕ ਦਮ ਨਾਲ ਮਨੁੱਖ ਯਾਦ ਕਰਦਾ ਹੈ। ਗੁਰੂ ਜੀ ਕਹਿੰਦੇ ਮਾਇਆ ਮਨੋ ਨਾ ਵਿਸਰੈ, ਮੰਗੈ ਦਮਾ ਦਮ। ਹਰ ਇੱਕ ਦਮ ਦੇ ਨਾਲ ਮਾਇਆ ਨੂੰ ਯਾਦ ਕਰਦਾ ਹੈ, ਚੇਤੇ ਕਰਦਾ ਹੈ, ਤਰਲਿਆਂ ਨਾਲ ਮੰਗਦਾ ਹੈ। ਪ੍ਰਭ ਸੋ ਪ੍ਰਭ ਚੇਤਨਾ ਆਵਈ, ਨਾਨਕ ਨਹੀਂ ਕਰਾਂ। ਪਰ ਉਹ ਪ੍ਰਭੂ ਚੇਤੇ ਦੀ ਇਹਨੂੰ ਆਉਂਦਾ। ਕਿਤਨੇ ਦਮ, कितने श्वास, कितने महीने, कितने साल, कितनी उम्र, पता नहीं कितने जन्म ओदी याद तो सखना रह के ने गुजार दिते ने। इस तो पहला भी तो जन्म लैके आया होवेगा, पर हर एक वो जन्म इन्हें याद तो वांझा रह के गुजारिया। तां ही ते आवागमन है, तां ही ते जमन मरना है। जे ਇੱਕੋ ਜਨਮ ਉਹਦੇ ਲੇਖੇ ਲਾਇਆ ਹੁੰਦਾ, ਉਹਦੀ ਯਾਦ ਵਿੱਚ ਟਿਕਾ ਕੇ ਉਹਦੇ ਵਿੱਚ ਅਭੇਦ ਹੋ ਕੇ ਜ਼ਿੰਦਗੀ ਬਤੀਤ ਕੀਤੀ ਹੁੰਦੀ, ਫਿਰ ਆਵਾਗਮਨ ਚੱਲਦਾ ਹੀ ਕਿਉਂ? ਇਹ ਸਬੂਤ ਹੈ ਇਸ ਗੱਲ ਦਾ ਵੀ ਵਾਰ-ਵਾਰ ਜੰਮ ਰਹੇ ਹਾਂ, ਵਾਰ-ਵਾਰ ਮਰ ਰਹੇ ਹਾਂ, ਸੰਸਾਰ ਦੀ ਯਾਦ ਵਿੱਚ ਹੀ ਜੀਵਨ ਖਚਤ ਕਰਕੇ ਚਲੇ ਜਾਂਦੇ ਹਾਂ। ਪਰਿਵਾਰ ਦੀ ਯਾਦ ਵਿੱਚ, ਧਨ ਪਦਾਰਥਾਂ ਦੀ ਯਾਦ ਵਿੱਚ ਹੀ ਜੀਵਨ ਬਤੀਤ ਕਰਕੇ ਚਲੇ ਜਾਂਦੇ ਹਾਂ। ਜਿਤਨੇ ਕਰਮ ਹੁੰਦੇ ਨੇ ਧਨ ਦੇ ਆਸਰੇ ਪਰਿਵਾਰ ਦੇ ਮੋਹ ਨੂੰ ਮੁੱਖ ਰੱਖ ਕੇ ਕੀਤੇ ਜਾਂਦੇ ਨੇ। ਧਨ ਦੇ ਮੋਹ, ਧਨ ਨੂੰ ਜੋੜਨ ਵਾਸਤੇ, ਪਦਾਰਥਾਂ ਨੂੰ ਇਕੱਠੇ ਕਰਨ ਵਾਸਤੇ ਮਨੁੱਖ ਜੇ ਕਰਮ ਕਰ ਰਿਹਾ ਹੈ, ਪਰਮੇਸ਼ਰ ਦੀ ਯਾਦ ਤੋਂ ਹਿਰਦਾ ਸਖਣਾ ਹੈ, ਵਾਂਝਾ ਹੈ, ਲਾਜ਼ਮੀ ਗੱਲ ਹੈ ਜੀਵਨ ਵਿੱਚ ਫਿਰ ਲੋਭ ਹੋਏਗਾ, ਤ੍ਰਿਸ਼ਨਾ ਹੋਵੇਗੀ, ਠੱਗੀਆਂ ਬੇਈਮਾਨੀਆਂ ਹੋਣਗੀਆਂ, ਝੂਠ ਹੋਏਗਾ, ਫਰੇਬ, ਪਰਪੰਚ, ਇਹ ਸਾਰਾ ਕੁਝ ਨਾਲ ਤੁਰੇਗਾ। ਯਾਦ ਤੇ ਪ੍ਰਭੂ ਦੀ ਇਸੇ ਕਰਕੇ ਮਨ ਵਿੱਚ ਪੱਕੀ ਕਰਨੀ ਹੈ ਵੀ ਧਨ ਨੂੰ ਕਮਾਉਣਾ ਹੈ, ਪਰਿਵਾਰ ਨੂੰ ਪਾਲਣਾ ਹੈ, ਜੀਵਨ ਯਾਪਨ ਕਰਨਾ ਹੈ, ਪਰ ਸੱਚ ਨਾ ਵਿਸਰੇ। ਝੂਠ ਦਾ ਸਹਾਰਾ ਲੈ ਕੇ ਨਹੀਂ, ਠੱਗੀ ਬੇਈਮਾਨੀ ਦਾ ਸਹਾਰਾ ਲੈ ਕੇ ਨਹੀਂ, ਸੰਤੋਖ ਸਬਰ ਦਾ ਸਹਾਰਾ ਲੈ ਕੇ। ਬਾਬੇ ਕਬੀਰ ਜੀ ਨੇ ਪਰਿਵਾਰ ਨਹੀਂ ਪਾਲਿਆ, ਪਾਲਿਆ ਹੈ। ਭਗਤ ਰਵਿਦਾਸ ਜੀ ਨੇ ਪਰਿਵਾਰ ਨਹੀਂ ਪਾਲਿਆ, ਸਾਡੇ ਨਾਲ ਚੰਗਾ ਪਰਿਵਾਰ ਦੀ ਪਰਵਰਿਸ਼ ਕੀਤੀ ਹੈ ਉਹਨਾਂ ਨੇ। ਪਰ ਉਹਨਾਂ ਦੇ ਹਿਰਦੇ ਵਿੱਚ ਪਰਮੇਸ਼ਰ ਦੀਆਂ ਯਾਦਾਂ ਸਨ। ਉਹ ਤੇ ਭਗਤ ਨਾਮਦੇਵ ਜੀ ਤੇ ਇੰਨੀ ਯਾਦ ਨਾਲ ਪ੍ਰਭੂ ਦੀ ਨਾਲ ਭਰੇ ਹੋਏ ਨੇ, ਹੱਥਾਂ ਨਾਲ ਕੰਮ ਕਰੀ ਤੁਰੇ ਜਾ ਰਹੇ ਨੇ, ਮੁਖ ਨਾਲ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਉਹਦੀਆਂ ਯਾਦਾਂ ਨੂੰ ਵਸਾਇਆ ਹੈ। ਨਾਮਾ ਕਹੇ ਤਿਲੋਚਨਾ, ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਤੇ ਜੀਵਨ ਵਿੱਚ ਸੱਚ ਹੈ, ਸੰਤੋਖ ਹੈ, ਸਬਰ ਹੈ, ਸਿੱਧਕ ਹੈ, ਪਰਉਪਕਾਰ ਹੈ, ਨਿਰਵੈਰਤਾ ਹੈ, ਦਇਆ ਹੈ। ਆ ਯਾਦ ਰੱਖਣ ਵਾਲੇ ਬੰਦੇ ਦੀਆਂ ਨਿਸ਼ਾਨੀਆਂ ਨੇ, ਆਦੇ ਅੰਦਰ ਗੁਣ ਹੋਣਗੇ। ਸੋ ਮੈਂ ਬੇਨਤੀ ਕਰ ਰਿਹਾ ਸੀ ਕਿ ਮਨੁੱਖ ਨੇ ਪਤਾ ਨਹੀਂ ਕਿਤਨੇ ਜਨਮ ਉਸ ਪਰਮਾਤਮਾ ਦੀ ਯਾਦ ਤੋਂ ਵਾਂਝੇ ਰਹਿ ਕੇ ਗੁਜ਼ਾਰੇ ਨੇ, ਤੇ ਹਰ ਇੱਕ ਜਨਮ ਇਹ ਸੰਸਾਰ ਦੇ ਲੇਖੇ, ਪਰਿਵਾਰ ਦੇ ਲੇਖੇ, ਧਨ ਪਦਾਰਥਾਂ ਦੇ ਲੇਖੇ, ਵਿਸ਼ੇ ਵਿਕਾਰਾਂ ਦੇ ਲੇਖੇ ਲਾ ਕੇ ਚਲਿਆ ਜਾਂਦਾ ਹੈ। ਉਹ ਭਾਗਾਂ ਵਾਲਾ ਭਗਤ ਰਵਿਦਾਸ ਜੀ ਵਰਗਾ ਖੁਸ਼ਕਿਸਮਤ ਜਿਹੜਾ ਜਨਮ ਪਰਮਾਤਮਾ ਦੇ ਲੇਖੇ ਲਾ ਕੇ ਚਲੇ। ਆਪ ਉਹਨਾਂ ਦੇ ਪਾਵਨ ਬੋਲ ਨੇ, ਬਹੁਤ ਜਨਮ ਵਿਛੁਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋਂ, ਚਿਰ ਭਇਓ ਦਰਸ਼ਨ ਦੇਖੇ। ਬੜੇ ਜਨਮ ਪਹਿਲਾਂ ਵੀ ਵੇ ਲੈ ਚੁੱਕਿਆ ਵਾਂ, ਪਰ ਹਰ ਇੱਕ ਜਨਮ ਸੰਸਾਰ ਦੇ ਲੇਖੇ, ਪਰਿਵਾਰ ਦੇ ਲੇਖੇ, ਧਨ ਪਦਾਰਥਾਂ ਵਾਸ਼ਨਾ ਦੇ ਲੇਖੇ
ਤੇਰੀ ਯਾਦ ਤੋਂ ਸਖਣਾ ਰਹਿ ਕੇ ਗੁਜ਼ਾਰਦਾ ਰਿਹਾ, ਪਰ ਹੁਣ ਤੇਰੀ ਬਖਸ਼ਿਸ਼ ਹੋਈ, ਤੇਰੀ ਰਹਿਮਤ ਹੋਈ, ਇਹ ਜਨਮ ਤੇਰੇ ਲੇਖੇ ਲੱਗ ਰਿਹਾ ਹੈ। ਇਸ ਜਨਮ ਦੇ ਵਿੱਚ ਤੇਰੀ ਯਾਦ ਹੈ, ਤੇਰੀਆਂ ਯਾਦਾਂ ਨਾਲ ਮਨ ਹਿਰਦਾ ਭਰ ਗਿਆ ਹੈ। ਚਿਤ ਸਿਮਰਨ ਕਰੋ ਨੈਣ ਅਵਲੋਕਨੋ, ਸਰਵਣ ਬਾਣੀ ਸੋ ਜਸ ਪੂਰ ਰਾਖੋ, ਮਨ ਸੋ ਮਦ ਕਰ ਕਰੋ। ਕਹਿੰਦੇ ਨੇ ਵੀ ਤੇਰੇ ਵਿੱਚ, ਬਾਣੀ ਵਿੱਚ, ਸ਼ਬਦ ਵਿੱਚ ਸੁਰਤ ਜੁੜ ਚੁੱਕੀ ਹੈ। ਮਨ ਸੋ ਮਦ ਕਰ ਕਰੋ, ਚਰਨ ਹਿਰਦੇ ਤਰੋਂ, ਰਾਮ ਨਾਮ ਰਸਨਾ ਰਾਮ ਨਾਮ ਭਾਖੋ। ਮੇਰੀ ਪ੍ਰੀਤ ਗੋਬਿੰਦ ਸੋ ਜਿਨ ਘਟੈ, ਮੈਤੋਂ ਮੋਲ ਮਹਿੰਗੀ ਲਈ ਜੀ ਸਕੈ। ਮੈਨੂੰ ਡਰ ਹੈ ਕਿਤੇ ਤੇਰੇ ਨਾਲੋਂ ਪ੍ਰੀਤ, ਤੇਰੇ ਨਾਲੋਂ ਯਾਦ ਵਿੱਚ ਕੋਈ ਘਾਟ ਨਾ ਪੈ ਜਾਏ। ਇੱਕੋ ਇੱਕ ਜਿੰਦ ਹੈ, ਉਹ ਮੈਂ ਤੇਰੇ ਚਰਨਾਂ ਵਿੱਚ ਰੱਖ ਦਿੱਤੀ ਹੈ। ਬਾਅਦ ਵਿੱਚ ਮੇਰੇ ਕੋਲ ਕੁਝ ਅਰਪਣ ਕਰਨ ਵਾਸਤੇ, ਤੇਰੀ ਪ੍ਰੀਤ ਲੈਣ ਵਾਸਤੇ, ਤੇਰੀ ਯਾਦ ਲੈਣ ਵਾਸਤੇ ਕੁਝ ਹੈ ਵੀ ਨਹੀਂ। ਤੇਰੇ ਨਾਲ ਪ੍ਰੀਤ ਨਹੀਂ ਘਟਣੀ ਚਾਹੀਦੀ, ਯਾਦ ਨਹੀਂ ਘਟਣੀ ਚਾਹੀਦੀ। ਸੋ ਆ ਸਾਰੇ ਉਪਰਾਲੇ ਨੇ। ਸਤ ਸੰਗ ਹੈ, ਗੁਰੂ ਕੀ ਬਾਣੀ ਪੜ੍ਹਨੀ ਹੈ, ਕੀਰਤਨ ਸੁਣਨਾ ਹੈ, ਕਥਾ ਸੁਣਨੀ ਹੈ। ਕਾਹਦੇ ਵਾਸਤੇ? ਕਿ ਯਾਦ ਸਾਡੀ ਸੁਰਤ ਵਿੱਚ ਮਾਲਕ ਦੀ ਚੱਲਣ ਲੱਗ ਪਏ, ਯਾਦ ਕਾਇਮ ਹੋ ਜਾਏ, ਅਸੀਂ ਉਹਦੀ ਯਾਦ ਨਾਲ ਜੁੜ ਜਾਈਏ। ਮਾਫ ਕਰਨਾ, ਅਸੀਂ ਗੁਰੂ ਘਰ ਵਿੱਚ ਆਨੇ ਆ, ਚਲੇ ਜਾਂਦੇ ਆ, ਕਥਾ ਕੀਰਤਨ ਵੀ ਸੁਣਦੇ ਆ, ਫਿਰ ਵੀ ਉਹ ਯਾਦਾਂ ਦਾ ਹਿੱਸਾ ਨਹੀਂ ਬਣਦਾ, ਕਿਉਂਕਿ ਮਾਇਆ ਦਾ ਬੜਾ ਪ੍ਰਭਾਵ ਹੈ, ਵਾਸ਼ਨਾ ਬੜੀ ਪ੍ਰਬਲ ਹੈ। ਤੇ ਅਰਦਾਸ ਕਰੀਏ, ਮਾਲਕ ਜੀ ਕਿਰਪਾ ਕਰ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਮੇਰੇ ਅੰਦਰ ਚਾਓ ਬਣਿਆ ਰਵੇ, ਤੂੰ ਨਾ ਵਿਸਰੇ, ਤੂੰ ਨਾ ਯਾਦਾਂ ਦੇ ਵਿੱਚੋਂ ਨਿਕਲੇ, ਤੇਰੇ ਗੁਣ ਗਾਉਂਦਾ ਰਵਾਂ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਹੁਣ ਤੇ ਐਸੀ ਕਿਰਪਾ ਬਣ ਗਈ ਹੈ, ਬਿਸਰਤ ਨਾਏ ਮਨ ਤੇ ਹਰੀ। ਮੇਰੇ ਮਨ ਵਿੱਚੋਂ ਰੱਬ ਵਿਸਰਦਾ ਹੀ ਨਹੀਂ, ਭਾਵੇਂ ਸਿੰਘਾਸਣਾ ਤੇ ਬੈਠਾ ਵਾਂ ਤੇ ਭਾਵੇਂ ਤਤੀ ਤਵੀ ਤੇ ਬੈਠਾ ਵਾਂ, ਵਿਸਰਦਾ ਹੀ ਕੋਈ ਨਹੀਂ। ਮਾਲਕ ਤੇਰੀ ਦਇਆ ਹੋ ਗਈ, ਤੇਰੀ ਕਿਰਪਾ ਹੋ ਗਈ। ਬਿਸਰਤ ਨਾਏ ਮਨ ਤੇ ਹਰੀ, ਗੁਰੂ ਨੂੰ ਵਿਸਰਦਾ ਨਹੀਂ, ਸਾਨੂੰ ਯਾਦ ਹੀ ਕੋਈ ਨਹੀਂ ਆਉਂਦਾ, ਇੰਨਾ ਫਰਕ ਹੈ। ਤੇ ਇੱਥੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਬਾਬਾ ਸਾਚਾ ਸਹਿਬ ਹਿਰਦੇ ਸਮਾਨ। ਹੇ ਭਾਈ, ਉਸ ਸੱਚੇ ਦੀ ਯਾਦ ਨੂੰ ਆਪਣੀ ਹਿਰਦੇ ਵਿੱਚ ਸੰਭਾਲ ਕੇ ਰੱਖ, ਉਹਦੀ ਯਾਦ ਨਾਲ ਜੁੜ। ਸਤਿਗੁਰ ਆਪਣਾ ਪੁੱਛ ਦੇਖ, ਲਿਓ ਵੱਖਰ ਭਾਰ, ਭਾਵੇਂ ਗੁਰੂ ਨੂੰ ਪੁੱਛ ਲਾ, ਗੁਰੂ ਵੀ ਇਹੀ ਗੱਲ ਆਖੇਗਾ ਵੀ ਪ੍ਰਭੂ ਦੇ ਨਾਮ ਦਾ ਵਣਜ ਕਰ, ਉਹਦੀ ਯਾਦ ਨਾਲ ਜੁੜ, ਨਾਮ ਦਾ ਸੌਦਾ ਇਕੱਠਾ ਕਰ। ਫਿਰ ਅੱਗੇ ਕਹਿੰਦੇ, ਸੱਚ ਰਤੀ ਸੇ ਟੋਲ ਲਹੋ, ਸੇ ਵਿਰਲੇ ਸੰਸਾਰ। ਕਹਿੰਦੇ ਨੇ ਜਿਨ੍ਹਾਂ ਸਤਿਪੁਰਸ਼ਾਂ ਦਾ ਮਨ ਸੱਚ ਦੇ ਵਿੱਚ ਰੰਗਿਆ ਗਿਆ, ਨਾਮ ਦੇ ਵਿੱਚ ਰੰਗਿਆ ਗਿਆ, ਉਹਨਾਂ ਨੂੰ ਲੱਭ, ਉਹਨਾਂ ਦੀ ਸੰਗਤ ਕਰ, ਹੈ ਉਹ ਵਿਰਲੇ। ਉਹਨਾਂ ਨੂੰ ਲੱਭ ਕੇ ਉਹਨਾਂ ਦੀ ਸੰਗਤ ਕਰ, ਉਹ ਵਿਰਲੇ ਨੇ। ਕਹਿੰਦੇ ਨੇ ਉਹਨਾਂ ਵਿੱਚ ਜੁੜ ਕੇ, ਉਹਨਾਂ ਨਾਲ ਬੈਠ ਕੇ, ਤਿੰਨ ਮਿਲਿਆ ਮੁਖ ਉਜਲਾ, ਜਪ ਨਾਮ ਮੁਰਾਰ। ਉਹਨਾਂ ਨਾਲ ਜੁੜ ਕੇ, ਉਹਨਾਂ ਵਿੱਚ ਬੈਠ ਕੇ, ਮਿਲ ਕੇ, ਸੰਗਤ ਕਰਕੇ, ਉਸ ਮੁਰਾਰ ਪ੍ਰਭੂ ਦਾ ਨਾਮ ਜਪ, ਤੇਰਾ ਮੁਖ ਉਜਲਾ ਹੋ ਜਾਏਗਾ। ਫਿਰ ਅੱਗੇ ਕਹਿੰਦੇ, ਇੱਕ ਸੱਚਾ ਸਭ ਸੀਵੰਦੀ, ਤੁਰ ਭਾਗ ਮਿਲਾਵਾ ਹੋਏ। ਉਹ ਪਰਮਾਤਮਾ ਸਦਾ ਥਿਰ ਰਹਿਣ ਵਾਲਾ, ਵੈਸੇ ਉਹਨੂੰ ਸਾਰੀ ਲੋਕਾਈ ਆਪਣੀ ਆਪਣੀ ਢੰਗ ਨਾਲ ਸੇਵਦੀ ਪਈ ਹੈ, ਪਰ ਵੱਡੇ ਭਾਗਾਂ ਨਾਲ ਕਿਸੇ ਵਿਰਲੇ ਨੂੰ ਉਹਦਾ ਮਿਲਾਪ ਪ੍ਰਾਪਤ ਹੁੰਦਾ ਹੈ, ਉਸ ਤੱਕ ਕੋਈ ਵਿਰਲਾ ਪਹੁੰਚਦਾ। ਕਰਮਕਾਂਡ ਦੇ ਧਰਮ ਦੇ ਨਾਮ ਤੇ, ਰੱਬ ਦੇ ਨਾਮ ਤੇ ਸਾਰੀ ਦੁਨੀਆ ਕਰ ਰਹੀ ਹੈ, ਪਰ ਉਸ ਤੱਕ, ਉਸ ਮੰਜ਼ਿਲ ਤੱਕ ਕੋਈ ਵਿਰਲਾ ਪਹੁੰਚਦਾ। ਜਿਹੜਾ ਬਿਲਕੁਲ ਸਮਰਪਿਤ ਹੋ ਜਾਂਦਾ ਹੈ, ਜਿਹਦੇ ਅੰਦਰੋਂ ਬਿਲਕੁਲ ਵਾਸ਼ਨਾਵਾਂ ਮਿਟ ਜਾਂਦੀ ਹੈ, ਖਤਮ ਹੋ ਜਾਂਦੀ ਹੈ, ਥੋੜਾ ਜਿਹਾ ਵੀ ਹੰਕਾਰ ਦਾ ਅੰਸ਼, ਵਾਸ਼ਨਾ ਦਾ ਅੰਸ਼ ਉਸ ਤੋਂ ਦੂਰ ਲੈ ਜਾਂਦਾ ਹੈ, ਉਹਦੇ ਦਰ ਤੇ ਨਹੀਂ, ਅੰਦਰ ਨਹੀਂ ਪ੍ਰਵੇਸ਼ ਕਰਨ ਦਿੰਦਾ। ਕਹਿੰਦੇ ਸਾਰੀ ਲੋਕਾਈ ਸੇਵਦੀ ਪਈ ਆਪਣੀ ਆਪਣੀ ਢੰਗ ਨਾਲ, ਇੱਕ ਸੱਚਾ ਸਭ ਸੇਵਦੀ, ਤੁਰ ਭਾਗ ਮਿਲਾਵਾ ਹੋਏ। ਪਰ ਵੱਡੇ ਭਾਗਾਂ ਨਾਲ ਕਿਸੇ ਵਿਰਲੇ ਨੂੰ ਉਹਦਾ ਪੂਰਨ ਮਿਲਾਪ ਹੁੰਦਾ ਹੈ। ਕਹਿੰਦੇ ਗੁਰਮੁਖ ਮਿਲੇ ਸੇ ਨਾ ਵਿਛੁੜੈ, ਪਾਵੇ ਸੱਚ ਸੋਏ ਗੁਰੂ ਦੀ ਰਾਹੀਂ।
ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦੀ ਯਾਦ ਪੱਕੀ ਹੋ ਗਈ, ਉਹ ਮਿਲ ਗਏ, ਉਹਨਾਂ ਨੂੰ ਕੋਈ ਵਿਛੋੜ ਨਹੀਂ ਸਕਿਆ। ਕਿਉਂਕਿ ਵਿਛੋੜਨ ਵਾਲੇ ਜਿਹੜੇ ਕਾਰਨ ਸਨ, ਵਿਸ਼ੇ ਵਿਕਾਰ, ਉਹਨਾਂ ਨੂੰ ਕਬਜ਼ੇ ਵਿੱਚ ਕਰ ਲਿਆ ਉਹਨਾਂ ਨੇ। ਉਹ ਰੋਕਾਂ, ਉਹ ਵਿਕਾਰ, ਉਹਨਾਂ ਦਾ ਬਲ ਪ੍ਰਭਾਵ ਖਤਮ ਕਰ ਲਿਆ। ਸੱਚੇ ਥਿਰ ਪ੍ਰਮਾਤਮਾ ਨੂੰ ਪਾ ਲਿਆ ਉਹਨਾਂ ਨੇ। ਇੱਕ ਭਗਤੀ ਸਾਰ ਨਾ ਜਾਣਨੀ, ਮਨਮੁਖ ਭਰਮ ਭੁਲਾਏ। ਇੱਕ ਸਾਡੇ ਵਰਗੇ ਜਿਨ੍ਹਾਂ ਨੂੰ ਭਗਤੀ ਦੀ ਕਦਰ ਹੀ ਨਹੀਂ, ਸਾਰ ਹੀ ਨਹੀਂ, ਗੁਰੂ ਦੀ ਕੋਈ ਸਾਰ ਹੀ ਨਹੀਂ, ਸਤ ਸੰਗਤ ਦੀ ਕੋਈ ਸਾਰ ਹੀ ਨਹੀਂ, ਕਥਾ ਕੀਰਤਨ ਦੀ ਸਾਰ ਹੀ ਕੋਈ ਨਹੀਂ ਵੀ ਕਥਾ ਕੀਰਤਨ ਜ਼ਿੰਦਗੀ ਵਿੱਚ ਕੀ ਅਸਰ ਕਰਦਾ ਹੈ। ਕਹਿੰਦੇ ਇੱਕ ਭਗਤੀ ਸਾਰ ਨਾ ਜਾਣਨੀ, ਮਨਮੁਖ ਭਰਮ ਭੁਲਾਏ। ਮਨ ਦੇ ਪਿੱਛੇ ਤੁਰਨ ਵਾਲੇ ਵਿਕਾਰਾਂ ਦੀ ਭਟਕਣਾ ਵਿੱਚ ਪਏ ਰਹਿੰਦੇ ਨੇ, ਰੱਬ ਨੂੰ ਭੁੱਲੇ ਰਹਿੰਦੇ ਨੇ। ਉਹਨਾਂ ਵਿੱਚ ਆਪ ਵਰਤਦਾ, ਉਹਨਾਂ ਵਿੱਚ ਹੰਕਾਰ ਵਰਤਦਾ ਹੈ। ਕਰਨਾ ਕਿਛੂ ਨਾ ਜਾਏ, ਉਹ ਹੰਕਾਰ, ਉਹ ਵਿਕਾਰ, ਇਹ ਵਾਸ਼ਨਾ ਚੰਗੇ ਕਰਮ ਕਰਨੀ ਨਹੀਂ ਦਿੰਦਾ ਉਹਨਾਂ ਨੂੰ। ਉਹਨਾਂ ਵਿੱਚ ਆਪ ਵਰਤਦਾ, ਕਰਨਾ ਕਿਛੂ ਨਾ ਜਾਏ। ਜਿਸ ਨਾਲ ਜੋਰ ਨਾ ਚੱਲਈ, ਖਲੇ ਕੀਚੈ ਅਰਦਾਸ। ਹੁਣ ਐਸੀ ਹਾਲਤ ਹੈ, ਜੀਵ ਅੰਦਰੋਂ ਚਾਹੁੰਦਾ ਹੈ ਵੀ ਮੈਨੂੰ ਪਰਮ ਸੁੱਖ ਮਿਲੇ, ਆਨੰਦ ਮਿਲੇ, ਪਰ ਯਾਦ ਤੋਂ ਸਖਣਾ ਹਿਰਦਾ। ਕਿਉਂਕਿ ਹਰ ਸਿਮਰਤ ਛਾੜ ਪਰਮ ਗਤ ਚਾਹੈ, ਮੂਲ ਬਿਨਾ ਸ਼ਾਖਾ ਕਤ ਆਹੈ। ਕਿਵੇਂ ਆ ਸਕਦੀਆਂ ਨੇ ਸ਼ਾਖਾ ਜਿੰਨਾ ਚੜ ਮੂਲ ਜੜ ਜ਼ਮੀਨ ਵਿੱਚ ਨਹੀਂ ਗੱਡੋਗੇ। ਤੇ ਸਿਮਰਨ ਜੜ ਹੈ, ਸਿਮਰਨ ਮੂਲ ਹੈ। ਸਿਮਰਨ ਤੋਂ ਬਗੈਰ, ਯਾਦ ਤੋਂ ਬਗੈਰ ਸੁੱਖ ਰੂਪੀ ਸ਼ਾਖਾ ਫਲ ਕਿਵੇਂ ਮਿਲੇਗਾ? ਕਿਵੇਂ ਕਰੂੰਬੜੀਆਂ ਫੁੱਟਣਗੀਆਂ ਆਤਮਿਕ ਆਨੰਦ ਦੀਆਂ? ਜਿੱਥੇ ਗੁਰੂ ਜੀ ਕਹਿ ਰਹੇ ਨੇ ਕਿ ਉਹਦੇ ਅੱਗੇ ਫਿਰ ਜ਼ੋਰ ਨਹੀਂ, ਹੁਕਮ ਨਹੀਂ ਤੁਸੀਂ ਕਰ ਸਕਦੇ ਉਹਨੂੰ, ਅਰਦਾਸ ਕਰੋ। ਫਿਰ ਜੇ ਨਹੀਂ ਯਾਦ ਦੇ ਵਿੱਚ ਮਨ ਜੁੜ ਰਿਹਾ ਤੇ ਅਰਦਾਸ ਕਰੋ। ਕਿਉਂਕਿ ਅਰਦਾਸ ਬੇਨਤੀ ਨੂੰ ਉਹ ਸੁਣਦਾ ਹੈ, ਕਬੂਲ ਕਰਦਾ ਹੈ। ਜਿਸ ਨਾਲ ਜੋਰ ਨਾ ਚੱਲੇ, ਖਲੇ ਕੀਚੈ ਅਰਦਾਸ। ਖਲੋ ਕੇ ਅਰਦਾਸ ਕਰੋ। ਨਾਨਕ ਗੁਰਮੁਖ ਨਾਮ ਮਨ ਵਸੈ, ਤਾਂ ਸੁਣ ਕਰੇ ਸ਼ਾਬਾਸ। ਉਹ ਤਰੁੱਠਦਾ ਹੈ, ਕਿਰਪਾ ਕਰਦਾ ਹੈ ਨਾਨਕ, ਗੁਰੂ ਦੀ ਰਾਹੀਂ ਨਾਮ ਨੂੰ ਮਨ ਵਿੱਚ ਵਸਾ ਦਿੰਦਾ ਹੈ, ਯਾਦਾਂ ਨੂੰ ਵਿੱਚ ਵਸਾ ਦਿੰਦਾ ਹੈ। ਤੇ ਜਿਹਦੇ ਮਨ ਵਿੱਚ ਨਾਮ ਵਸ ਜਾਂਦਾ ਹੈ, ਉਹਦੇ ਜੀਵਨ ਵਿੱਚੋਂ ਨਾਮ ਉਹਦੇ ਜੀਵਨ ਨੂੰ ਵੇਖ ਕੇ ਸ਼ਾਬਾਸ਼ ਦਿੰਦਾ ਹੈ। ਸੁਣੇ ਸ਼ਾਬਾਸ਼। ਜਿਨ੍ਹਾਂ ਨੇ ਨਾਮ ਜਪ ਲਿਆ ਉਹਨਾਂ ਨੂੰ ਉਹਦੇ ਘਰ ਦੇ ਵਿੱਚੋਂ ਇੱਜ਼ਤ ਮਾਨ ਵਡਿਆਈ ਮਿਲਦੀ ਹੈ। ਸੋ ਇਤਨੀ ਬੇਨਤੀ ਪ੍ਰਵਾਨ ਕਰਨੀ। ਗੁਰੂ ਜੀ ਸਾਨੂੰ ਕਹਿ ਰਹੇ ਨੇ ਵੀ ਹੇ ਭਾਈ, ਪ੍ਰਭੂ ਦੀ ਯਾਦ ਆਪਣੇ ਮਨ ਵਿੱਚ ਸੰਭਾਲ, ਉਹਦੀ ਯਾਦ ਨਾਲ ਜੁੜ, ਤਾਂ ਜੀਵਨ ਸਫਲ ਹੋਏਗਾ। ਭੁੱਲ ਗਲਤੀ ਦੀ ਖੇਮਾ ਪ੍ਰਵਾਨੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।